ਅੱਜ ਅਸੀਂ ਗੱਲ ਜਿਹੜੀ ਕਰਾਂਗੇ ਰੂਲਕੁਸ ਲਈ ਤਿਆਰੀ। ਰੂਲਕੁਸ ਲਈ ਤਿਆਰੀ ਅਸੀਂ ਕਿੰਜ ਕਰ ਸਕਨੇ ਆ ਜਾਂ ਫਿਰ ਕਿਹੜੇ ਪੈਮਾਨੇ 'ਚ ਅਸੀਂ ਆਪਣੇ ਆਪ ਨੂੰ ਲਿਆਈਏ ਕਿ ਰੂਲਕੁਸ ਸਾਡੀ ਜ਼ਿੰਦਗੀ 'ਚ ਕੰਮ ਕਰੇ। ਪਾਸਟਰ ਜੁਨੇਦ ਸਰ, ਸਭ ਤੋਂ ਪਹਿਲੇ ਨੰਬਰ ਤੇ ਮੈਂ ਇਹ ਜ਼ਰੂਰ ਕਹਾਂਗਾ ਕਿ ਤੁਸੀਂ ਸਵਾਲ ਬੜਾ ਹੀ ਕਹਿ ਲਓ ਕਿ ਚੰਗਾ ਚੁੱਕਿਆ ਵੇ। ਆਮੀਨ। ਕਿਉਂਕਿ ਸਵਾਲ ਅਗਰ ਚੰਗਾ ਹੋਏਗਾ ਤੇ ਜਵਾਬ ਵੀ ਚੰਗਾ ਹੀ ਹੋਏਗਾ। ਆਮੀਨ ਆਮੀਨ ਜੀ। ਤੇ ਗੱਲ ਹੈ ਵੀ ਕਿ ਰੂਹੁਲ ਕੁਦਸ ਦੀ ਤਿਆਰੀ ਦੇ ਉੱਤੇ ਗੱਲ ਅਗਰ ਅਸੀਂ ਕਰੀਏ ਜੀ ਜੀ ਤੇ ਤਿਆਰੀ ਕਿਸੇ ਵੀ ਕੰਮ ਦੀ ਹੈ ਨਾ, ਉਹਦੇ ਵਾਸਤੇ ਤੁਹਾਡੇ ਅੰਦਰ ਤੜਪ ਦਾ ਹੋਣਾ ਬੜਾ ਜ਼ਰੂਰੀ ਹੈ। ਆਮੀਨ ਬੇਸ਼ੱਕ। ਤੇ ਜਦੋਂ ਗੱਲ ਰੂਹੁਲ ਕੁਦਸ ਦੀ ਆ ਜੇ ਤੇ ਫਿਰ ਮੇਰੇ ਖਿਆਲ 'ਚ ਤੜਪ ਕੋਈ ਜਿਹੜਾ ਨਾ ਕਹ ਲਓ ਕਿ ਚੌਖੀ ਹੋਣੀ ਚਾਹੀਦੀ ਹੈ। ਆਮੀਨ। ਅਗਰ ਅਸੀਂ ਖੁਦਾ ਦੇ ਕਲਾਮ 'ਚ ਵੇਖੀਏ ਜੀ ਤੇ ਅਮਾਲ ਦੀ ਕਿਤਾਬ ਜੇ ਉਹਦਾ ਪਹਿਲਾ ਬਾਬ ਜੀ ਔਰ ਉਹਦੀ ਅਸੀਂ 8 ਆਇਤ ਤੋਂ ਵੇਖੀਏ ਜੀ ਜੀ ਤੇ ਇੱਥੇ ਬਕਾਇਦਾ ਜ਼ਾਹਿਰ ਮੇਰੇ ਕੋਲ ਉਰਦੂ ਵਰਜਨ ਬਾਈਬਲ ਹੈ ਤੇ ਅਸੀਂ ਉਰਦੂ 'ਚ ਇਸ ਆਇਤ ਨੂੰ ਬਕਾਇਦਾ ਅਸੀਂ ਜ਼ਰਾ पढ़ांगे। जी जी जरूर। लिखिए है, लेकिन जब रूहुल कुदस तुम पर नाजिल होगा तो तुम कुव्वत पाओगे आमीन और यरूशलेम और तमाम यहूदिया और सामिया में बल्कि ज़मीन की इंतहा तक मेरे गवाह होगे। आमीन। लेकिन गल इत्थे है वे, लेकिन जब रूहुल कुदस जी जी तुम पर नाजिल होगा, अजे होया नहीं, होया नहीं होया ਹੋਗਾ। ਇਹ ਰੂਹੁਲ ਕੁਦਸ ਨਾਜ਼ਲ ਹੋਣ ਤੋਂ ਪਹਿਲੇ ਗੱਲ ਕੀਤੀ ਜਾ ਰਹੀ ਜੀ ਹੈ। ਜੀ ਜੀ ਔਰ ਇੱਥੇ ਮੈਨੂੰ ਬੜੀ ਜ਼ਬਰਦਸਤ ਯਿਸੂ ਮਸੀਹ ਦੀ ਗੱਲ ਯਾਦ ਵੀ ਆਉਂਦੀ ਹੈ ਕਿਉਂਕਿ ਤੁਹਾਡੇ ਪ੍ਰੋਗਰਾਮ ਦਾ ਜਿਹੜਾ ਨਾਮ ਹੀ ਹੈ ਜੈ ਯਿਸੂ ਦੀ। ਜੀ। ਤੇ ਜੈ ਯਿਸੂ ਦੀ ਤੇ ਮੈਂ ਗੱਲ ਨੂੰ ਵੀ ਕਹਿ ਲਓ ਕਿ ਯਿਸੂ ਮਸੀਹ ਦੀ ਗੱਲ ਨੂੰ ਲੈ ਕੇ ਅੱਗੇ ਟੁਰਾਂਗਾ। ਯਿਸੂ ਮਸੀਹ ਨੇ ਜਦੋਂ ਆਪਣੇ ਹਵਾਰੀਆਂ ਨੂੰ ਸ਼ਾਗਿਰਦਾਂ ਨੂੰ ਜਦੋਂ ਆਖਿਆ ਕਿ ਠਹਿਰੇ ਰਵਿਓ ਜਦੋਂ ਤੱਕ ਤੁਹਾਨੂੰ ਕੁਵਤ ਦਾ ਲਿਬਾਸ ਨਾ ਲੱਭ ਜਾਵੇ, ਤੇ ਕਾਬਲੇ ਗੌਰ ਗੱਲ ਬੜੀ ਏ ਕਿ ਯਿਸੂ ਮਸੀਹ ਨੇ ਉਹਨਾਂ ਨੂੰ ਠਹਿਰਨ ਦਾ ਆਖਿਆ ਲੇਕਿਨ ਉਹਨਾਂ ਨੂੰ ਟਾਈਮ ਨਹੀਂ ਦੱਸਿਆ। ਯਿਸੂ ਮਸੀਹ ਨੇ ਐ ਨਹੀਂ ਆਖਿਆ ਕਿ ਤੁਸੀਂ ਮਹੀਨਾ ਠਹਿਰੇ ਰਹੋ, ਤੁਸੀਂ 2 ਦਿਨ ਠਹਿਰੇ ਰਹੋ, ਤੁਸੀਂ ਹਫਤਾ ਠਹਿਰੇ ਰਹੋ, ਤੁਸੀਂ ਕਹਿ ਲਓ ਕਿ ਕੋਈ ਐਨੇ ਘੰਟੇ ਠਹਿਰੇ ਰਹੋ। ਯਿਸੂ ਨੇ ਕਿਹਾ ਠਹਿਰੇ ਰਹੋ। ਔਰ ਇਹ ਗੱਲ ਬੜੀ ਕਾਬਲੇ ਗੌਰ ਹੈ ਕਿਉਂਕਿ ਮੈਂ ਜਿਹੜੀ ਗੱਲ ਤੜਪ ਦੀ ਕੀਤੀ ਹੈ ਉਹਨੂੰ ਲੈ ਕੇ ਅੱਗੇ ਟੁਰਾਂਗਾ, ਲੇਕਿਨ ਯਿਸੂ ਦੇ ਬਗੈਰ ਗੱਲ ਕਰਨਾ ਬਹੁਤ ਜ਼ਿਆਦਾ ਮੈਨੂੰ ਕਿਹੜਾ ਓਪਰਾ ਲੱਗਣਾ ਸੀ ਕਿਉਂਕਿ ਯਿਸੂ ਦੇ ਨਾਲ ਹੀ ਗੱਲਾਂ ਨੇ। ਹਾਲੇਲੂਇਆ। ਸੋ ਗੱਲ ਇਹ ਵੇ ਕਿ ਯਿਸੂ ਮਸੀਹ ਨੇ ਜਦੋਂ ਆਖਿਆ ਨਾ ਕਿ ਠਹਿਰੇ ਰਹੋ ਤੇ ਟਾਈਮ ਨਹੀਂ ਦੱਸਿਆ ਗਿਆ। ਮੈਂ ਇਸ ਗੱਲ ਨੂੰ ਸਮਝਣਾ ਵਾ ਜਦੋਂ ਤੱਕ ਮੈਨੂੰ ਖੁਦਾ ਨੇ ਸਮਝ ਦਿੱਤੀ ਏ। ਮੈਂ ਸਮਝਣਾ ਕਿ ਅਗਰ ਯਿਸੂ ਮਸੀਹ ਟਾਈਮ ਦਾ ਛੱਡ ਦੇ ਨਾ ਕਿ ਤੁਹਾਨੂੰ ਫਲਾਂ ਦਿਹਾੜੇ ਜਾਂ ਫਲਾਂ ਰਾਤ ਜਾਂ ਫਲਾਂ ਪਹਿਰ ਦੇ ਵਿੱਚ ਰੂਹੁਲ ਕੁਦਸ ਲੱਭ ਜਾਣਾ ਹੈ ਤੇ ਹੋ ਸਕਦਾ ਮੇਰੇ ਜਿਹਾ ਕੋਈ ਨਲਾਇਕ ਬੰਦਾ ਐਨ ਟਾਈਮ ਤੇ ਰਲ ਪੈਂਦਾ, ਉਸੇ ਟਾਈਮ ਜਾਵਾਂ ਆਂਦਾ ਜਾਨਾ ਵਾ ਰੂਹੁਲ ਕੁਦਸ ਜਾਨਾ ਤੇ ਰੂਹੁਲ ਕੁਦਸ ਲੈ ਲੈਣਾ ਵਾ। ਲੇਕਿਨ ਗੱਲ ਹੁਣ ਕੀ ਏ ਕਿ ਉਹਨਾਂ ਲੋਕਾਂ ਨੂੰ ਜਿਹੜੀ 120 ਦੀ ਜਮਾਤ ਦਾ ਜ਼ਿਕਰ ਹੈ, ਜਿਹੜੀ ਅਸੀਂ ਅਮਾਲ ਦੀ ਕਿਤਾਬ ਨੂੰ ਖੋਲ੍ਹਿਆ ਇਹਦੇ ਵਿੱਚ ਜ਼ਿਕਰ ਹੈ, ਉਹਨਾਂ ਨੂੰ ਯਕੀਨਨ ਹਰ ਰੋਜ਼ ਇੱਕ ਤੜਪ ਸੀ ਉਹਨਾਂ ਦੇ ਅੰਦਰ ਜੱਦੂਜਹਿਦ ਸੀ। ਤੇ ਪਤਾ ਨਹੀਂ ਹੋ ਰਿਹਾ ਅੱਜ ਸ਼ਾਮੀ ਲੱਭਣ ਲੱਗਾ, ਪਤਾ ਨਹੀਂ ਅਗਲੇ 10 ਮਿੰਟਾਂ 'ਚ ਲੱਭਣ ਲੱਗਾ ਰੂਹੁਲ ਕੁਦਸ। ਉਸੇ ਤੜਪ ਦੇ ਵਿੱਚ ਉਹਨਾਂ ਨੇ ਐਵੇਂ ਦੀ ਦੁਆ ਕੀਤੀ ਕਿ ਪਹਿਲੇ ਕਦੀ ਉਸ ਤਰ੍ਹਾਂ ਉਹਨਾਂ ਦੁਆ ਕੋਈ ਨਹੀਂ ਕੀਤੀ ਹੈ। ਕਰਦੇ ਸਨ ਲੇਕਿਨ ਕਹਿ ਲਓ ਕਿ ਲਗਾਤਾਰ ਇੱਕ ਠਹਿਰਾਓ ਉਸ ਲੈਵਲ ਦਾ ਨਹੀਂ ਸੀ ਆਇਆ ਹੈ। ਔਰ ਜਿਵੇਂ ਕਹਿ ਲਓ ਕਿ ਉਹਨਾਂ ਨੇ ਦੁਆ 'ਚ ਠਹਿਰ ਕੇ ਵੇਖਿਆ ਹੈ ਤੇ ਉਹਨਾਂ ਦੀ ਯਕੀਨਨ ਉੱਥੇ ਤੜਪ ਵੇਖੀ ਗਈ ਹੈ ਔਰ ਖੁਦਾ ਬਾਕਾਇਦਾ ਰੂਹੁਲ ਕੁਦਸ ਭੇਜਣ ਤੇ ਮਜਬੂਰ ਹੋ ਗਿਆ। ਹਾਲੇਲੂਇਆ। ਔਰ ਇਸ ਤਰ੍ਹਾਂ ਮੈਂ ਸਮਝਦਾ ਤਿਆਰੀ ਬਿਹਤਰੀਨ ਹੈ ਕਿ ਤੁਸੀਂ ਆਪਣੀ ਤੜਪ ਨੂੰ ਕਹਿ ਲੋਗੇ ਬਰਕਰਾਰ ਰੱਖੋ। ਤੜਪ ਤੋਂ ਬਗੈਰ ਤਿਆਰੀ ਨਹੀਂ ਹੈ। ਬੜੀ ਜ਼ਬਰਦਸਤ ਗੱਲ ਕੀਤੀ।